ਵੈਲਕਮ 10th ਕਲਾਸ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ। ਬੇਟਾ ਅੱਜ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਡੀ ਵੀਕਲੀ ਵਰਕਸ਼ੀਟ 4 ਲੈ ਕੇ, ਠੀਕ ਹੈ ਜੀ, ਜੋ ਕਿ ਹੈ ਲਰਨਿੰਗ ਆਊਟਕਮ ਬੇਸਡ। ਤਾਂ ਇਹਦਾ ਪਹਿਲਾ ਕੁਐਸਚਨ ਦੇਖੋ ਬੇਟਾ, ਇਹ ਹੈਗਾ ਤੁਹਾਡੇ ਚੈਪਟਰ ਨੰਬਰ 10 ਚੋਂ। ਪਹਿਲੇ 2-4 ਕੁਐਸਚਨਸ ਜਿਹੜੇ ਨੇ ਉਹ ਚੈਪਟਰ 10 ਚੋਂ ਹੀ ਨੇ, ਠੀਕ ਹੈ ਜੀ। ਤਾਂ ਇਹਨੇ ਕਿਹਾ ਚਿੱਤਰ ਵਿੱਚ PTQ ਦਾ ਮਾਪ ਕੀ ਹੋਊਗਾ, ਵਾਟ ਇਜ਼ ਦਾ ਵੈਲਿਊ ਆਫ PTQ in the given figure। ਤਾਂ ਵੇਅਰ ਇਜ਼ PTQ, ਦੇਖੋ PTQ ਆਹ ਵਾਲਾ ਐਂਗਲ ਹੈ, ਇੱਥੇ ਕੇਂਦਰ ਤੇ ਕੋਣ ਕਿੰਨਾ ਬਣ ਰਿਹਾ 100 ਡਿਗਰੀ। ਬਾਏ ਰੂਲ, ਬਾਏ ਜਿਹੜਾ ਨਿਯਮ ਦੇ ਮੁਤਾਬਕ ਦੋਨੋਂ ਇਸ ਕੋਣ ਦਾ ਤੇ ਇਸ ਕੋਣ ਦਾ ਜੋੜ ਕਿੰਨਾ ਹੁੰਦਾ 180। ਤੇ ਜੇ ਇਹ ਵਾਲਾ ਕੋਣ ਕੇਂਦਰ ਤੇ 100 ਬਣਾ ਰਿਹਾ ਦੋਨੋਂ ਸਪਰਸ਼ ਰੇਖਾਵਾਂ ਦੇ ਦੋਨੋਂ ਅਰਧ ਵਿਆਸਾਂ ਦੇ ਵਿਚਕਾਰ, ਤਾਂ ਉਹਦੇ ਸਾਹਮਣੇ ਵਾਲਾ ਬੇਟਾ 180 ਚੋਂ ਘਟਾ ਲਓ, ਕਿੰਨਾ ਆ ਜਾਊਗਾ 80। ਤਾਂ ਪਹਿਲੇ ਦਾ ਆਨਸਰ ਆ ਗਿਆ ਰਾਜੇ 80 ਡਿਗਰੀ, ਜਿਹੜਾ ਕਿ ਹੈ ਆਪਸ਼ਨ ਸੀ। ਅਗਲਾ ਕੁਐਸਚਨ ਦੇਖੋ, ਚੱਕਰ ਨੂੰ ਦੋ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਡੈਸ਼ ਕਹਿੰਦੇ ਹਨ। ਅ ਲਾਈਨ ਇੰਟਰਸੈਕਟਿੰਗ ਦਾ ਸਰਕਲ ਐਟ 2 ਪੁਆਇੰਟਸ ਇਜ਼ ਕਾਲਡ। ਹਾਂਜੀ, ਜਿਹੜੀ ਰੇਖਾ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਦੀ ਹੈ, ਠੀਕ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹੁੰਦੇ ਆ ਸੀਕੈਂਟ। ਜੇ ਹੋਵੇ ਵੀ ਦੋ ਬਿੰਦੂਆਂ ਤੇ ਛੂੰਹਦੀ ਹੈ ਤਾਂ ਉਹ ਹੁੰਦੀ ਆ ਅੰਦਰਲੇ ਪਾਸੇ ਹੀ, ਦੇਖੋ ਐਵੇਂ ਅੰਦਰਲੇ ਪਾਸੇ, ਉਹਨੂੰ ਆਪਾਂ ਵਤਰ ਕਹਿੰਦੇ ਆ, ਠੀਕ ਹੈ, ਜੀਵਾ ਕਹਿੰਦੇ ਆ। ਤੇ ਜੇ ਉਹ ਕੇਂਦਰ ਚੋਂ ਲੰਘ ਜਾਵੇ ਤਾਂ ਵਿਆਸ ਕਹਿੰਦੇ ਆ, ਜੇ ਟੱਚ ਕਰ ਜਾਵੇ ਤਾਂ ਟੇਂਜੈਂਟ ਹੈ, ਸਪਰਸ਼ ਰੇਖਾ ਹੈ, ਠੀਕ ਹੈ ਜੀ। ਗੱਲ ਕਲੀਅਰ ਹੋ ਗਈ। ਹੁਣ ਨੈਕਸਟ ਕੁਐਸਚਨ, ਇਹ ਇੱਕ ਫਿਗਰ ਦਿੱਤੀ ਹੋਈ ਆਪਾਂ ਨੂੰ, ਇਹਦੇ ਵਿੱਚ ਕਹਿੰਦੇ ਆ ਫਿਗਰ ਦੇ ਵਿੱਚ ਫਾਈਂਡ ਐਂਗਲ P। ਹੁਣ ਆਪਾਂ ਇਸ ਫਿਗਰ ਨੂੰ ਜ਼ੂਮ ਕਰਦੇ ਹਾਂ ਸੋ ਦੈਟ ਯੂ ਕੈਨ ਸੀ ਇਟ ਕਰੈਕਟਲੀ। ਹਾਂਜੀ ਦੇਖੋ, ਇੱਕ ਐਂਗਲ 60 ਹੈ, ਆਪਾਂ ਇਹਨੂੰ ਥੋੜਾ ਹੋਰ ਬੋਲਡ ਕਰਕੇ ਲਿਖਦੇ ਹਾਂ, ਇੱਥੇ ਹੈ 80। ਤਾਂ ਬੇਟੇ ਐਂਗਲ ਪੁੱਛਿਆ ਆਪਾਂ ਨੂੰ P, ਥੋੜਾ ਕੰਪਲਿਕੇਟਡ ਲੱਗ ਰਿਹਾ ਹੈ, ਪਰ ਆਪਾਂ ਲੈਟਸ ਰਨ ਵਿਦ ਈਜ਼ੀ ਟ੍ਰਿਕਸ ਨਾਲ ਪੜ੍ਹ ਰਹੇ ਹਾਂ ਤਾਂ ਕੰਪਲਿਕੇਟਡ ਤਾਂ ਲੱਗਣਾ ਨਹੀਂ। ਤਾਂ ਦੇਖੋ ਬੇਟਾ ਇਹ 80 ਹੈ, ਤਾਂ ਇਹਦੇ ਨਾਲ ਵਾਲਾ ਐਂਗਲ ਕਿੰਨਾ ਹੋਊਗਾ 100। ਕੀ ਲੱਗ ਗਿਆ ਉਰੇ, ਸਰਲ ਰੇਖੀ ਜੋੜਾ, ਲੀਨੀਅਰ ਪੇਅਰ ਦਾ ਰੂਲ। ਅਗਲਾ ਰੂਲ ਦੇਖੋ, ਹੁਣ ਜਿਹੜੀ ABCD ਹੈ ਬੇਟਾ ਉਹ ਕੀ ਹੈ, ਇੱਕ ਸਾਈਕਲਿਕ ਕੋਆਰਡੀਲੇਟਰਲ ਹੈ, ਮਤਲਬ ਚੱਕਰੀ ਚਤਰਭੁਜ ਹੈ। ਤਾਂ ਚੱਕਰੀ ਚਤਰਭੁਜ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ, ਜਿਹੜੀ ਚੱਕਰ ਦੇ ਅੰਦਰ ਚਤਰਭੁਜ ਹੈ ਉਹਦੀ ਵਿਸ਼ੇਸ਼ਤਾ ਹੈ ਕਿ ਉਹਦੇ ਸਾਹਮਣੇ ਵਾਲੇ ਐਂਗਲਸ ਦਾ ਸਮ ਹੈ ਜਿਹੜਾ ਉਹ 180 ਡਿਗਰੀ ਹੁੰਦਾ। ਤਾਂ ਹੁਣ 60 ਦੇ ਸਾਹਮਣੇ ਵਾਲੇ ਐਂਗਲ ਦਾ ਸਮ ਐਂਗਲ ਦਾ ਮਾਪ ਕਿੰਨਾ ਹੋ ਜਾਊਗਾ 120। ਹੁਣ ਜੇ ਬੇਟਾ ਇਹ 120 ਹੈ ਤਾਂ ਉਹਦੇ ਨਾਲ ਵਾਲਾ ਕਿੰਨਾ ਹੋ ਜਾਊਗਾ 60, ਕਿਉਂਕਿ ਉਹ ਵੀ ਤਾਂ ਲੀਨੀਅਰ ਪੇਅਰ ਬਣ ਰਿਹਾ। ਤਾਂ ਆਪਾਂ ਨੂੰ ਬਾਹਰਲੇ ਦੋਨੋਂ ਐਂਗਲ ਪਤਾ ਚੱਲ ਚੁੱਕੇ ਨੇ, ਕਿਹਦੇ ਬੇਟਾ, ਇਸ ਤਿਕੋਣ ਦੇ ਵਿੱਚ ਦੋ ਕੋਣ ਆਪਾਂ ਨੂੰ ਪਤਾ ਲੱਗ ਚੁੱਕੇ ਨੇ, ਇੱਕ 60 ਇੱਕ 100। ਤੀਜਾ ਕੋਣ ਆਪਾਂ ਕੱਢਣਾ ਹੈ, ਕਿਵੇਂ ਕੱਢਦੇ ਹੁੰਨੇ ਆ, ਦੋਨਾਂ ਕੋਣਾਂ ਨੂੰ ਜੋੜੋ ਤੇ 180 ਦੇ ਵਿੱਚੋਂ ਘਟਾ ਦਿਓ, ਕਿੰਨਾ ਆਨਸਰ ਆ ਗਿਆ B। ਤਾਂ ਇਸ ਕੁਐਸਚਨ ਦਾ ਸਹੀ ਆਨਸਰ ਹੋਏਗਾ 20, ਜਿਹੜਾ ਕਿ ਹੈ ਆਪਸ਼ਨ ਨੰਬਰ B। ਕਲੀਅਰ ਹੋ ਗਿਆ ਬੇਟਾ। ਤਾਂ ਆਪਾਂ ਕਿਹੜਾ ਰੂਲ ਵਰਤਿਆ, ਇੱਕ ਤਾਂ ਲੀਨੀਅਰ ਪੇਅਰ ਸਰਲ ਰੇਖੀ ਜੋੜਾ, ਠੀਕ ਹੈ, ਉਹਦੇ ਨਾਲ ਆਪਾਂ ਨੂੰ 80 ਦੇ ਨਾਲ ਵਾਲਾ ਕੋਣ ਪਤਾ ਲੱਗ ਗਿਆ। ਫਿਰ ਆਪਾਂ ਕਿਹੜਾ ਰੂਲ ਵਰਤਿਆ ਕਿ ਚੱਕਰੀ ਚਤਰਭੁਜ ਦੇ ਸਨਮੁਖ ਕੋਣਾਂ ਦਾ ਜੋੜ ਕਿੰਨਾ ਹੁੰਦਾ 180, ਉਹ ਰੂਲ ਵਰਤ ਕੇ ਆਪਾਂ ਅਗਲਾ ਹੋਰ ਐਂਗਲ ਕੱਢ ਲਿਆ। ਤੀਜਾ ਰੂਲ ਆਪਾਂ ਕੀ ਵਰਤਿਆ, ਕੋਣਾਂ ਦੇ ਤਿਕੋਣ ਦੇ ਕੋਣਾਂ ਦਾ ਜੋੜ, ਦੋ ਕੋਣ ਪਤਾ ਹੋਣ ਤਾਂ ਆਪਾਂ ਤੀਸਰਾ ਕਿਵੇਂ ਪਤਾ ਕਰਨਾ ਹੈ। ਹੁਣ ਚੌਥਾ ਕੁਐਸਚਨ ਬੇਟੇ, ਇਹ ਵੀ ਫਿਗਰ ਦਿੱਤੀ ਹੋਈ ਹੈ, ਕਹਿੰਦੇ ਫਾਈਂਡ ਦਾ ਲੈਂਥ ਆਫ ਲਾਈਨ XY ਇਨ ਦਾ ਡਾਇਗਰਾਮ ਬਿਲੋ। ਚਿੱਤਰ ਵਿੱਚ ਕਹਿੰਦੇ XY ਦੀ ਲੰਬਾਈ ਪਤਾ ਕਰੋ। ਤਾਂ ਹੁਣ ਆਪਾਂ ਪਹਿਲਾਂ ਚਿੱਤਰ ਨੂੰ ਦੇਖ ਲਈਏ ਧਿਆਨ ਨਾਲ। ਹਾਂਜੀ, ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਬੇਟਾ, ਇਹ ਸੋਲਵ ਕਰਨ ਲਈ ਵੀ ਆਪਾਂ ਥਾਂ ਬਣਾ ਲਈਏ। ਦੇਖੋ ਜੇ ਇਹਨੇ ਬੇਟੇ ਇੰਨੀ ਕੁ ਨੂੰ 14 ਕਿਹਾ ਹੋਇਆ ਤਾਂ ਇਟ ਮੀਨਸ ਇਹ ਅਰਧ ਵਿਆਸ ਦੀ ਗੱਲ ਹੋ ਰਹੀ ਹੈ, ਜੋ ਕਿ ਹੈ 14 ਸੈਂਟੀਮੀਟਰ। ਤੋ ਦਿਸ ਇਜ਼ ਦਾ ਟੇਂਜੈਂਟ ਲਾਈਨ, ਦਿਸ ਇਜ਼ ਦਾ ਰੇਡੀਅਸ ਆਫ ਦਾ ਸਰਕਲ। ਤਾਂ ਇੱਥੇ ਐਂਗਲ ਕਿੰਨਾ ਬਣੇਗਾ 90 ਡਿਗਰੀ। ਤਾਂ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਕੀ ਹੁੰਦੀ ਹੈ ਕਰਨ। ਤਾਂ ਫਿਰ ਇਹ ਕੀ ਹੋ ਗਿਆ ਜੀ, ਆਧਾਰ ਤੇ ਲੰਬ। ਬਸ ਯਾਦ ਆ ਗਿਆ ਕੀ ਲਗਾਉਣਾ ਹੈ, ਪਾਇਥਾਗੋਰਸ ਥਿਓਰਮ। ਕਰਨ ਹੁਣ ਬੇਟਾ ਆਪਾਂ XY ਨੂੰ ਨਹੀਂ ਕਹਿਣਾ, ਕਰਨ ਇਹ ਪੂਰੀ ਸਾਈਡ ਹੈ ਕਿਹੜੀ OY। ਤਾਂ OY ਦਾ ਸਕੇਅਰ ਬਰਾਬਰ ਹੋਊਗਾ ਬੇਟਾ 14, ਮਤਲਬ ਲੰਬ ਦਾ ਸਕੇਅਰ, ਪਲੱਸ ਆਧਾਰ 56 ਦਾ ਸਕੇਅਰ। 14 ਦਾ ਸਕੇਅਰ ਹੋ ਜਾਏਗਾ 196 ਤੇ 56 ਦਾ ਸਕੇਅਰ ਹੋ ਜਾਏਗਾ
32 36 ਸੋਲਵ ਕਰੋਗੇ ਆ ਜਾਊਗਾ 3332 ਤੇ ਇੱਧਰ ਹੈਗਾ ਸੀ ਆਪਣੇ ਕੋਲੇ OY ਦਾ ਸਕੁਅਰ। ਤਾਂ ਜਦੋਂ ਆਪਾਂ OY ਕੱਢਣਾ ਹੈ ਤਾਂ 33 ਦਾ ਅੰਡਰ ਰੂਟ ਆ ਜਾਊਗਾ। ਹੁਣ ਆਪਾਂ ਇੱਥੇ ਅੰਡਰ ਰੂਟ ਕੱਢਣ ਤੇ ਟਾਈਮ ਨਹੀਂ ਵੇਸਟ ਕਰਦੇ, ਫਿਰ ਵੀਡੀਓ ਲੰਬੀ ਹੋ ਜਾਏਗੀ। ਤੁਹਾਨੂੰ 8ਵੀਂ 'ਚ ਵਰਗਮੂਲ ਕੱਢਣ ਦਾ ਤਰੀਕਾ ਪਤਾ ਹੈ, ਉਸ ਢੰਗ ਨਾਲ ਆਪਾਂ ਜੋਟੇ ਬਣਾ ਕੇ, ਜਿਵੇਂ 33 32 ਹੈ ਇੱਦਾਂ ਜੋਟੇ ਬਣਾ ਕੇ ਆਪਾਂ ਵਰਗਮੂਲ ਕੱਢ ਲਾਂਗੇ। 5 5 25, 5 ਤੇ 3 ਬਚ ਗਏ ਜੀ 8, ਫਿਰ ਆ ਗਿਆ 10, 7 ਤੇ ਜਾਊਗਾ 7 7 49 ਤੇ 1 7 7 ਘਟਾਓ ਕਰੋ 12 ਚੋਂ 9 ਗਏ 3, 12 ਚੋਂ 4 ਗਏ ਜੀ 8। ठीक है जी, ਆਪਾਂ फिर 2 ਜ਼ੀਰੋਆਂ ਤਾਰ ਲੈਂਦੇ ਹਾਂ ਡੈਸੀਮਲ ਲਗਾ ਕੇ, ਪੇਅਰ ਜ਼ੀਰੋਆਂ ਦਾ ਤਾਰ ਲਾਂਗੇ 107 ਤੇ 107 ਹੋ ਜਾਣਗੇ 114। ਇਸ ਤੋਂ ਬਾਅਦ ਬੇਟਾ ਇਹਨੇ ਫੇਰ 7 ਤੇ ਜਾਣਾ ਹੈ, ਤਾਂ ਜਿਹੜਾ ਆਪਣਾ ਅਲਟੀਮੇਟਲੀ ਜਿਹੜਾ ਆਨਸਰ ਆਉਣਾ ਹੈ ਉਹ ਆਉਣਾ ਹੈ 57.72। ਕਲੀਅਰ ਹੋ ਗਿਆ। ਆ ਰਫ ਵਰਕ ਹੈ, ਠੀਕ ਹੈ ਜੀ, ਇਹ ਰਫ ਵਰਕ ਹੈ ਇੱਧਰੋਂ। ਹੁਣ 57.72 ਤਾਂ ਆਪਾਂ ਨੂੰ ਪੁੱਛਿਆ ਨਹੀਂ ਉਹਨੇ, OY ਤਾਂ ਪੁੱਛਿਆ ਨਹੀਂ, ਪੁੱਛਿਆ ਕੀ ਗਿਆ XY। ਤਾਂ XY ਕਿਵੇਂ ਆਊਗਾ ਜਦੋਂ ਆਪਾਂ ਇਸ ਪੂਰੀ, ਦੇਖੋ ਇਸ ਪੂਰੀ ਸਾਈਡ ਦੇ ਵਿੱਚੋਂ ਜਦੋਂ ਆਪਾਂ OX ਨੂੰ ਮਾਈਨਸ ਕਰ ਦਾਂਗੇ ਤਾਂ OX ਕਿੰਨਾ ਹੈ 14 ਸੈਂਟੀਮੀਟਰ। ਜਦੋਂ ਘਟਾਵਾਂਗੇ ਰਾਜੇ ਇਹ ਆਨਸਰ ਆਊਗਾ 43.72। 43.72 ਦੇਖਦੇ ਹਾਂ ਕਿਹੜੀ ਆਪਸ਼ਨ ਦੇ ਵਿੱਚ ਇਹ ਲਿਖਿਆ ਹੋਇਆ। ਹਾਂਜੀ ਇਹ ਹੈਗਾ ਆਪਸ਼ਨ ਬੀ 'ਚ। ਕਲੀਅਰ ਹੋ ਗਿਆ ਜੀ। ਅਗਲਾ ਕੁਐਸਚਨ, ਅਗਲੇ ਕੁਐਸਚਨ 'ਚ ਕਹਿ ਰਿਹਾ ਦੋ ਸਮਰੂਪ ਤ੍ਰਿਭੁਜਾਂ ਦੀਆਂ ਭੁਜਾਵਾਂ 4:9 ਦੇ ਅਨੁਪਾਤ ਵਿੱਚ ਨੇ। ਇਹਨਾਂ ਤ੍ਰਿਭੁਜਾਂ ਦੇ ਖੇਤਰਫਲ ਦਾ ਅਨੁਪਾਤ ਕੀ ਹੋਊਗਾ? The sides of two similar triangles are in the ratio 4:9. What is the ratio of the area of these triangles? ਤਾਂ ਏਰੀਏ ਵਾਲਾ ਜਿਹੜੀ ਥਿਓਰਮ ਹੈ ਬੇਟਾ ਕੀ ਹੈ, ਦੋਨੋਂ ਤ੍ਰਿਕੋਣਾਂ ਦੇ ਖੇਤਰਫਲ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ। ਤਾਂ ਇਹ ਅਕੋਰਡਿੰਗ ਟੂ ਥਿਓਰਮ ਕਰ ਰਹੇ ਹਾਂ ਆਪਾਂ। ਉਹ ਕਦੋਂ ਲੱਗਦੀ ਹੈ ਥਿਓਰਮ? ਜਦੋਂ ਤ੍ਰਿਭੁਜਾਂ ਕੀ ਹੁੰਦੀਆਂ ਨੇ, ਸਮਰੂਪ। ਬਸ ਇਹਨੂੰ ਖੋਲ ਲਓ, ਤੁਹਾਡਾ ਆਨਸਰ ਆ ਜਾਊਗਾ ਚੌਕਮ ਚੌਕੀ 16/981। ਤਾਂ ਇਹ ਆ ਜਾਊਗਾ 16:81। ਠੀਕ ਹੈ ਜੀ, ਬਸ ਇਸ ਥਿਓਰਮ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਅਗਲਾ ਕੁਐਸਚਨ ਦੇਖੋ, ਥੋੜੀ ਜਿਹੀ ਆਪਾਂ ਨੂੰ ਸ਼ਕਲ ਬਣਾ ਕੇ ਦਿੱਤੀ ਹੋਈ ਹੈ। AB ਇਹਦੇ 'ਚ ਇਹਨੇ 4 ਕਿਹਾ, BP 2 ਕਿਹਾ। ਠੀਕ ਹੈ ਜੀ, ਤਾਂ ABC ਦਾ ਪਰਿਮਾਪ ਕੱਢਣਾ ਹੈ, ਤਿਕੋਣ ABC ਦਾ ਪਰਿਮਾਪ ਪੈਰੀਮੀਟਰ। ਆਪਾਂ ਪਹਿਲਾਂ ਥੋੜੀ ਸ਼ਕਲ ਨੂੰ ਧਿਆਨ ਨਾਲ ਦੇਖਦੇ ਹਾਂ ਇਹਨੂੰ। ਹਾਂਜੀ ਦੇਖੋ BP ਹੈ ਜਿਹੜਾ ਉਹ 2 ਦਿੱਤਾ ਹੋਇਆ। ਹਾਂਜੀ AB ਦਿੱਤਾ ਹੋਇਆ ਇਹਦੇ ਵਿੱਚ 4, ਉਹ ਵਾਲਾ ਥੋੜਾ ਜਿਹਾ ਮੋਟਾ ਲਿਖਿਆ ਹੋਇਆ ਸੀ ਇਸ ਕਰਕੇ ਮੈਂ ਪਹਿਲਾਂ ਇਰੇਜ਼ ਕੀਤੀ ਹੈ ਸਕਰੀਨ। BP ਦਿੱਤਾ ਹੋਇਆ 2। ਤਾਂ ਆਪਾਂ ਨੂੰ ਰੂਲ ਪਤਾ ਹੈ ਕਿ ਜੇ ਚੱਕਰ ਦੇ ਬਾਹਰੋਂ 2 ਸਪਰਸ਼ ਰੇਖਾਵਾਂ ਖਿੱਚੀਆਂ ਜਾਂਦੀਆਂ ਨੇ ਤਾਂ ਉਹਨਾਂ ਦੀ ਲੰਬਾਈ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਤਾਂ ਇੱਥੇ ਕਿਹੜੀਆਂ ਲੱਗ ਰਿਹਾ ਆਪਾਂ ਨੂੰ? ਦੇਖੋ ਹੁਣ ਇੱਥੋਂ ਜਿਹੜੀ B ਤੋਂ BQ ਤੇ BP ਦੋ ਆਪਣੇ ਕੋਲੇ ਆ ਰਹੀਆਂ ਨੇ ਇਹ ਸਪਰਸ਼ ਰੇਖਾਵਾਂ, ਤਾਂ ਇੱਕ ਦੀ ਲੰਬਾਈ 2 ਹੈ ਤਾਂ ਇੱਧਰਲੇ ਪਾਸਿਓਂ ਵੀ ਲੰਬਾਈ ਕਿੰਨੀ ਹੋਊਗੀ 2। ਹੁਣ ਆਪਣੇ ਕੋਲ AQ ਟੋਟਲ ਕਿੰਨਾ ਬਣ ਗਿਆ 6 ਸੈਂਟੀਮੀਟਰ। ਠੀਕ ਹੈ ਜੀ, ਤਾਂ ਹੁਣ AQ ਲਿਖਿਆ ਕਿਵੇਂ ਜਾਂਦਾ ਹੈ? AQ ਲਿਖਿਆ ਜਾਂਦਾ ਹੈ AB ਪਲੱਸ BQ। ਤਾਂ ਪਹਿਲਾਂ ਆਪਾਂ ਕੀ ਕਿਹਾ ਸੀ ਵੀ BQ ਤੇ BP ਤਾਂ ਬਰਾਬਰ ਨੇ। ਕਿਉਂ ਬਰਾਬਰ ਨੇ? ਕਿਉਂਕਿ ਇਹ ਸਪਰਸ਼ ਰੇਖਾਵਾਂ ਨੇ ਚੱਕਰ ਦੇ ਬਾਹਰੋਂ ਖਿੱਚੀਆਂ ਹੋਈਆਂ। ਤਾਂ ਹੁਣ AQ ਸੀ ਜਿਹੜਾ ਆਪਾਂ ਲਿਖਿਆ ਸੀ 6 ਸੈਂਟੀਮੀਟਰ ਹੈ, ਤਾਂ AB ਪਲੱਸ BQ ਕਿੰਨਾ ਹੋ ਗਿਆ 6। BQ ਦੀ ਥਾਂ 'ਤੇ ਆਪਾਂ ਕੀ ਲਿਖ ਦਈਏ BP, ਇਹ 6 ਹੋ ਗਿਆ, ਇਹਨੂੰ ਪਹਿਲਾਂ ਇੱਥੇ ਛੱਡ ਲਓ। ਹੁਣ ਸਿਮੀਲਰਲੀ ਜੇ ਆ ਪੂਰੀ ਦੀ ਪੂਰੀ ਰਾਜੇ 6 ਹੈ ਤਾਂ ਇੱਧਰੋਂ ਇਹ ਪੂਰੀ ਦੀ ਪੂਰੀ ਵੀ 6 ਹੋਊਗੀ। ਕਿਹੜੀ ਵਾਲੀ? AR, ਇਹ ਵੀ 6 ਸੈਂਟੀਮੀਟਰ ਆਊਗੀ। ਹੁਣ AR ਨੂੰ ਆਪਾਂ ਕੀ ਲਿਖ ਸਕਦੇ ਹਾਂ AC ਪਲੱਸ CR। ਦੇਖੋ AC ਇੱਥੇ ਤੱਕ ਹੈ, ਫਿਰ CR। ਹੁਣ ਜਿਹੜੀ CR ਹੈ ਜਿਹੜੀ ਉਹ CP ਦੇ ਬਰਾਬਰ ਹੈ। ਦੇਖੋ ਇਹ ਵੀ ਤਾਂ ਬਾਹਰਲੇ ਬਿੰਦੂ ਤੋਂ ਆ ਰਹੀਆਂ ਸਪਰਸ਼ ਰੇਖਾਵਾਂ ਨੇ, ਇੱਥੇ ਬਰਾਬਰ ਹੀ ਹੋਣਗੀਆਂ। ਠੀਕ ਹੈ, ਤਾਂ ਹੁਣ ਇਹ ਵੀ ਆਪਣੇ ਕੋਲ 6 ਆ ਗਿਆ, ਇਹ ਵੀ 6 ਆ ਗਿਆ। ਇਹਨੂੰ ਨੰਬਰ ਦੇ ਦਿਓ 1, ਇਹਨੂੰ ਨੰਬਰ ਦੇ ਦਿਓ 2, ਇਹਨਾਂ ਨੂੰ ਕਰ ਲਓ ਜੀ ਐਡ। ਇਹਨਾਂ ਨੂੰ ਐਡ ਕਰਾਂਗੇ ਤਾਂ ਇਹ ਆ ਜਾਏਗਾ ਬੇਟਾ ਆਪਣੇ ਕੋਲੇ AB ਪਲੱਸ BP ਪਲੱਸ CP ਪਲੱਸ AC।
बराबर है 6 + 6 कितना बन गया जी 12 सेंटीमीटर। हुण ए बी तो ए बी होई है, बी पी प्लस सी पी नूं की लिख सकते हैं बी सी प्लस ए सी। तो ये तिन्ने भुजावां का जोड़ 12 है। तिन्ने भुजावां का जोड़ त्रिकोण दे वो की हुंदा है परिमाप। तो परिमाप आपां कितना कढ़ता बेटा जी 12 सेंटीमीटर। तो किहड़ी ऑप्शन दे विच लिखिया होया फस्ट। तो ध्यान नाल दोबारा देखो, जे तुहानूं नहीं पता लग्या ना मैं इत्थे दोबारा इहनूं बना रही हाँ, ध्यान नाल देखो। हाँ जी, इहने एक सर्कल बनाया सी, ठीक है। आपां थोड़ा जिहा टेढ़ी बना के दिखाउने तुहानूं क्लीयर होऊगा। एक इदां सी इहदी स्पर्श रेखा ते एक इदां स्पर्श रेखा सी, ठीक है। इत्थे आपां नूं 4, मैं कोई पॉइंट नहीं लिख रही, बस थोड़े दिमाग दे विच क्लीयर कर रही हां। इत्थे 4 सी ते इन्ना हिस्सा 2 सी। आपां की कीता कि जिहड़ा इह बाहरला पॉइंट है, देखो ये बाहरला पॉइंट है, तो इत्थों आ 2 स्पर्श रेखावां जा रही हैं, इन्हां दी लंबाई होऊगी बराबर। तो ये भी 2 हो गया। तो पूरी जिहड़ी साइड है, पूरी जिहड़ी स्पर्श रेखा वो कितनी होगी 6। तो इधरों जिहड़ी ये स्पर्श रेखा होगी ये भी होगी 6। आपां नूं 6 बनिया किवें सी, दिस वन दे विच दिस वन जोड़ के। इत्थे आपां नाम लिख लईए जे कोई भी ए सी बी, तो इत्थे बी सीगा अपना, है ना। इत्थे आपां कुछ होर लिख लैंदे पी लिख लैंदे आ। तो जिहड़ा बी सी है, पहलां आपां ए पी नूं की लिखिया, ए पी नूं आपां लिखिया ए सी प्लस सी पी। फिर ए सी प्लस जिहड़ा आह सी पी सी इहनूं की लिखिया बी सी। बस आ काम कीता। पहलां इधरों आ चीज़ का जोड़ कर लिया, फिर इधरों ए चीज़ का जोड़ कर लिया। जो सारा जोड़ांगे तो यह बन जूगा त्रिकोण का परिमाप। देखो क्लीयर हो गई यह गल सारिਆਂ ਨੂੰ। सौखा ही सी बेटा, थोड़ा जिहा ध्यान नाल देखण दी लोड़ सी। हुण अगला क्वेश्चन देखो, इन्हें क्या हेठ लिखिया विचों किहड़ी जिस्त संख्या है, ईवन नंबर किहड़ा इन्हां चों। हाँ जी, ईवन नंबर की पछाण आपां किवें करनी है। ईवन नंबर की पछाण लई बेटे आपां देखना भी जे आपां वेरीएबल दे विच कोई मुੱਲ भरदे आ तो आंसर किस तरह का आउंदा है। 3 आउंदा है। 2 भरोगे तो 2 2s are 4, 4 + 1 5। वैसे भी जे ईजीली देखना होवे 2 क्यों किसी रकम नूं आपां 2 नाल गुणा कर दांगे तो वह जिस्त बनूगी, पर जे उहदे विच 1 जोड़ दांगे फिर वह किहड़ी बन जूगी टांक। सिमिलरली इत्थे 4 क्यों 4 नाल गुणा हो रहा है, तो 4 नाल गुणा होने तो बाद तो हरेक चीज़ जिस्त बन गई। तो जे उह 3 जोड़ देंगे तो फिर वो टांक बन जूगी। सिर्फ आही एक संख्या है जिहड़ी 2 क्यू है। इत्थे आपां क्यू की थां ते किहड़ा मर्जी दुनिया का डिजिट भर दईए, जदों भरांगे बेटा आंसर अपना ईवन नंबर ही आएगा। मान लो मैं 100 भरता तो 200 आ गया, ये भी ईवन नंबर है, ठीक है। तो किहड़ा ऑप्शन आ जाऊगा इसदा सी ऑप्शन। बेटे आपां बहुत ध्यान नाल स्लो क्वेश्चनस कर रहे हैं ताकि तुहाडे दिमाग ते चंगी तरह ये सवाल बैठ जाण, समझ आ जाण तुहानूं। अगला देखो क्वेश्चन, इन्हें कहा है भी प्रेक्षणों को चढ़ते क्रम में तरतीब किया गया। द फॉलोइंग डाटा हैज़ बीन अरेंज्ड इन असेंडिंग ऑर्डर। जे अंकड़ियां की मध्यिका 23 होवे तो एक्स का मुੱਲ पता करो। मीडियन भी देती देखो आपां नूं 23, तो एक्स पता करना। तो अपना मैथड लगाना शुरू करो, इन्हों साइडों तो कट्टो। विचाले अपने को 2 बच गए तो उन्हों का की करते हुन्ने आ, दोनों का जोड़ बटे 2 बराबर कितना दिता होया मध्यिका आपां नूं मीडियन कितनी दी हुई है 23। क्रॉस मल्टीप्लाई करो, 23 दूना हो गया जी 46। तो एक्स दे आपां मुੱਲ कढ़ना है 46 माइनस 22। तो कितना आंसर आ जाऊगा 6 चों 2 गए 4, 4 चों 2 गए 2, ठीक है। 24 आंसर आ गया जिहड़ा कि है तुहाडा ऑप्शन नंबर सी। अगला क्वेश्चन देखो जी बिल्कुल ही सौखा है। प्रोडक्ट ऑफ द रूट्स ऑफ द इक्वेशन, मूलों की गुणा पता करनी है। मूलों की गुणा होंगी किहदे बराबर है सी बटे ए। तो सी की है अपनी सी माइनस ए, तो ए की है ए माइनस बी। सी माइनस ए ओवर ए माइनस बी किहड़ी ऑप्शन च दिख रहे हैं थर्ड ऑप्शन के विच। अगले क्वेश्चन थोड़ा ध्यान नाल देखो, इन्हें कहा है चक्कर का केंद्र ओ है, पी ए ते पी बी चक्कर दियां स्पर्श रेखावां ने, तो कोण ए क्यू बी पता करो। इन द गिवन फिगर ओ इज़ द सेंटर ऑफ द सर्कल, पी ए एंड पी बी आर टेंजेंट्स टू द सर्कल, दैन ए क्यू बी। हुण पहलां तो इहदे विच ए क्यू बी देखना आपां भी है कित्थे है। हाँ जी, ए क्यू बी इत्थे एंगल। तो सब तो पहला बेटा अद्धी फिगर नूं लुको लो, थोड़े कोल जिहड़ी फिगर बच रही है वो ये है, ठीक है। अद्धी फिगर नूं छड्ड दो, जे ए 40 है तो आपां हुणी क्वेश्चन किया है भी ए वाला एंगल कितना होगा 140, बिकॉज इन्हां दा जोड़ कितना हुंदा 180। हुण तुसीं उधरली वाली फिगर छड्ड दो, सिर्फ इधर तुहानूं मैं कलर चेंज करके दिखाउणी आ,
सिर्फ इस फिगर ते ध्यान दिओ। इस फिगर जो ध्यान दिंदे हो तो यह केंद्र ते बनिया होया कोण है तो यह चक्कर के किसी भाग ते बनिया होया कोण है सेम चाप द्वारा। तो केंद्र ते बनिया कोण दुगना हुंदा तो 140 का अद्धा कर दो, उरे कितना आ जाऊगा 70। तो अपने को आंसर कितना आ गया बेटा ਇਹਦਾ 70, ਜਿਹੜਾ कि है ऑप्शन नंबर 1। ऑप्शन नंबर 1 तो की सीगा बेटा इस फिगर दे विच कोई औखा काम नहीं सीगा, आपां ये ईजीली किया सारा। किवें हल किया देखो, थोड़ा जिहा आपां होर किते बनाउने आ। देखो एक चक्कर सी, दो स्पर्श रेखावां सी, कि अर्ध व्यास भी मिलाए हुए सी ते इत्थों एक होर लाइन मिलाई हुई सी। इन्हां दोनों एंगल्स दे विच आपां नूं रिलेशन पता है कि इन्हां दा जोड़ कितना हुंदा है 180। उस हिसाब नाल आपां उरे आ गए 140 एंगल पता कर लिया। हुण रूल किहड़ा बनदा है देखो, तुहानूं मैं सीधी फिगर बना के दिखाउणी, तुहानूं याद आऊगा इस थ्योरम बारे। ये हुंदा सी थ्योरम, जे केंद्र ते बनिया कोण है तो चक्कर ते बनिया कोण अद्धा होऊगा, चक्कर ते बने कोण तो केंद्र दा कोण कड्ढना तां आपां डबल करदे हां। ये 140 आ गया सी, आपां उपर जाना सी चक्कर दे किसी बिंदु ते ओह कितना आ जाऊगा 70। तो मैनूं आस है बेटे तुहानूं ये सारी दी सारी जिहड़ी वर्कशीट है वह चंगी तरह समझ आ गई होऊगी। ठीक है, तुसीं इहनूं बहुत चंगी तरह प्रैक्टिस करनी है बेटा कल्ले कल्ले सम दी, ते अपनियां नोटबुक्स ते भी लिख लेना। ठीक है जी, बाय बच्चे।